गुड मॉर्निंग एवरीवन, हाउ आर यू ऑल। बेटा अज आप करांगे ਸਾਹਿਤਮਾਲਾ ਦੇ ਵਿੱਚ ਵਾਰਤਕ ਦੀ ਤੀਜਾ नंबर ਲੈਸਨ खुशियाँ आपे नहीं आउंदियां वार्तक है जो एक ठीक है बेटा। ये लिखी है डॉक्टर TR शर्मा। ठीक है, चलो पहले आप लैसन डिस्कस करते हैं की है तो यदी आप डिस्कशन राइटर बारे आप जूम मीटिंग करांगे। ओके, तो चलो आप शुरू करते हैं। सब तो पहला खुशियाँ आपे नहीं आउंदियां की कहते हैं पाठ दे विच, खुशियाँ रुखां दे पत्ते नहीं हैं जो आपे ही रुखां नूं लग जाते हैं, ना ही वो गर्मियां या सर्दियों के मौसम हैं जो आपे ही आप मुहारे आ जाते हैं। खुशियां नूं तां बुलाउणा पैंदा है, हाकां मारनियां पैंदियां हन, उन्हां दे आउण दा रस्ता बनाउणा पैंदा है, उन्हां दे आउण दी तैयारी करनी पैंदी है। जिहो जी खुशी की लोड़ होवे, मिनट 2 मिनट की खुशी, निक्की या वड्डी खुशी, निजी या परिवारक या समूहिक खुशी, दुनियावी या रूहानी खुशी, ਉਹੋ ਜਿਹੀ ही खुशी नूं प्राप्त करन दा हीला करना पैंदा है तो ਉਹੋ ਜਿਹੀ ही खुशी नूं बुलावा देना पैंदा है। तो बेटा इहदे च की किया उन्होंने आपां नूं लैसन के नाम तो आपां नूं की स्पष्ट हो रहा, खुशियाँ आपे नहीं आउंदियां कि जिहड़ी खुशी हुंदी, जिहड़ी हैप्पीनैस हुंदी है वो अपने आप अपने कोल नहीं हुंदी, आपां नूं की है अर्न करनी पैंदी है, कमाउणी पैंदी है। एक खुशी उन्होंने की कहा कि जिहड़ी खुशी नूं रुखां दे पत्ते नहीं हैं कि ਜਿਹੜੇ एक बारी झड़ गए तो दोबारा फिर लग जाएंगे अपने आप रुखां नूं, तो ना ही ये मौसम ने जिवें गर्मी का मौसम है या सर्दी का मौसम है या बसंत है, कोई भी मौसम है, कोई भी रुत है कि अपने आप की टाइम के नाल की अपने आप आ जाती है ना। ਜਿਹੜੀਆਂ खुशियां ਹੁੰਦੀਆਂ ਨੇ ਇਹਨਾਂ ਨੂੰ ਕਿ ਆਪਾਂ ਨੂੰ ਖੁਦ ਨੂੰ ਅਰਨ ਕਰਨਾ ਪੈਂਦਾ, ਇਹਨਾਂ ਨੂੰ ਬੁਲਾਉਣਾ ਪੈਂਦਾ, ਹਾਕਾਂ ਮਾਰਨੀਆਂ ਪੈਂਦੀਆਂ, ਆਵਾਜ਼ਾਂ ਮਾਰਨੀਆਂ ਪੈਂਦੀਆਂ ਨੇ, ਆਪਾਂ ਨੂੰ ਉਹੋ ਜਿਹੀ ਮਿਹਨਤ ਕਰਨੀ ਪੈਂਦੀ ਕਿ ਖੁਸ਼ੀ ਆਪਾਂ ਨੂੰ ਮਿਲੇ। ਕਿਹੋ ਜਿਹੀ ਖੁਸ਼ੀ ਚਾਹੁੰਦੇ ਹੋ ਆਪਣੇ 'ਤੇ ਡਿਪੈਂਡ ਹੈ, 2 ਮਿੰਟ ਦੀ ਖੁਸ਼ੀ, ਵੱਡੀ ਖੁਸ਼ੀ, ਨਿੱਕੀ ਖੁਸ਼ੀ, ਕਿਹੋ ਜਿਹੀ ਖੁਸ਼ੀ ਚਾਹੀਦੀ ਆਪਾਂ ਨੂੰ, ਫਿਰ ਆਪਾਂ ਨੂੰ ਉਸ ਹਿਸਾਬ ਨਾਲ ਆਪਣਾ ਮਿਹਨਤ ਕਰਨੀ ਪੈਂਦੀ ਹੈ। ਮਨੁੱਖ ਨੂੰ ਨਿੱਕੀਆਂ ਨਿੱਕੀਆਂ ਗੱਲਾਂ, ਨਿੱਕੇ ਨਿੱਕੇ ਰਿਸ਼ਤੇ ਹੀ ਵੱਡੀਆਂ ਵੱਡੀਆਂ ਖੁਸ਼ੀਆਂ ਦੇ ਸਕਦੇ ਹਨ। ਕਿਸੇ ਰੋਂਦੇ ਬੱਚੇ ਨੂੰ ਚੁੱਪ ਕਰਾਉਣ ਵਿੱਚ, ਕਿਸੇ ਲੋੜਵੰਦ ਮੰਗਤੇ ਨਾਲ ਪ੍ਰੇਮ ਨਾਲ ਗੱਲ ਕਰਨ ਵਿੱਚ ਜਾਂ ਉਸ ਨੂੰ ਵਿੱਤੀ ਸਹਾਇਤਾ ਦੇਣ ਵਿੱਚ, ਕੁੱਤੇ ਨੂੰ ਰੋਟੀ ਦਾ ਟੁਕੜਾ ਪਾਉਣ ਵਿੱਚ ਜਾਂ ਕੀੜੀਆਂ ਨੂੰ ਤਿਲ ਚੌਲੀ ਪਾਉਣ ਵਿੱਚ, ਕੋਈ ਬੂਟਾ ਜਾਂ ਪੌਦਾ ਲਾਉਣ ਵਿੱਚ, ਕਿਸੇ ਅਨਪੜ੍ਹ ਨੂੰ ਆਈ ਚਿੱਠੀ ਪੜ੍ਹਨ ਵਿੱਚ ਜਾਂ ਕਿਸੇ ਦੀ ਅਰਜ਼ੀ ਦਾ ਖੜਾ ਤਿਆਰ ਕਰਨ ਵਿੱਚ, ਕਿਸੇ ਦੀ ਗੰਢ ਉਸ ਦੇ ਸਿਰ ਉੱਤੇ ਰੱਖਣ ਵਿੱਚ, ਉਸ ਦੀ ਸਹਾਇਤਾ ਕਰਨ ਵਿੱਚ, ਕਿਸੇ ਮਰੀਜ਼ ਦੀ ਦਵਾਈ ਲਿਆਉਣ ਵਿੱਚ, ਮੰਦਰ ਜਾਂ ਗੁਰਦੁਆਰੇ ਜਾਣ ਵਿੱਚ, ਰੱਬ ਦਾ ਨਾਮ ਲੈਣ ਵਿੱਚ ਜਾਂ ਅਜਿਹਾ ਕੋਈ ਛੋਟਾ ਜਿੰਨਾ ਕੰਮ ਕਰਨ ਵਿੱਚ ਵੀ ਇੱਕ ਵਿਚਿੱਤਰ ਆਮ ਜਿਹੀ ਖੁਸ਼ੀ ਹੁੰਦੀ ਹੈ। ਇਸ ਖੁਸ਼ੀ ਨੂੰ ਪ੍ਰਾਪਤ ਕਰਨਾ ਔਖਾ ਨਹੀਂ ਹੁੰਦਾ, ਇਸ ਨੂੰ ਪ੍ਰਾਪਤ ਕਰਨਾ ਚਾਹੀਦਾ ਹੈ ਅਤੇ ਵਾਰ-ਵਾਰ ਪ੍ਰਾਪਤ ਕਰਨਾ ਚਾਹੀਦਾ। ਤਾਂ ਬੇਟਾ ਇੱਕ ਖੁਸ਼ੀ ਹੁੰਦੀ ਆਪਾਂ ਨੂੰ ਅਰਨ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਨਿੱਕੀਆਂ ਮੋਟੀਆਂ ਬਹੁਤ ਖੁਸ਼ੀਆਂ ਨੇ, ਜਿਵੇਂ ਕਿਸੇ ਦੀ ਹੈਲਪ ਕਰਨਾ, ਬੱਚੇ ਨੂੰ ਚੁੱਪ ਕਰਾਉਣਾ, ਹੈ ਨਾ, ਕਿਸੇ ਗਰੀਬ ਦੀ ਹੈਲਪ ਕਰਨਾ, ਕਿਸੇ ਪਸ਼ੂ ਨੂੰ ਜਾਂ ਕਿਸੇ ਕੁੱਤੇ ਨੂੰ ਕਿ ਆਪਾਂ ਰੋਟੀ ਪਾ ਦਿੰਦੇ ਹਾਂ, ਕੀੜੀਆਂ ਦੇ ਜਿਹੜੇ ਹੁੰਦੀ ਹੈ ਜਗ੍ਹਾ ਉੱਤੇ ਆਪਾਂ ਆਟਾ ਜਾਂ ਚੌਲ ਵਗੈਰਾ ਪਾ ਆਉਂਦੇ ਹਾਂ, ਤਿਲ ਪਾ ਆਉਂਦੇ ਹਾਂ, ਹੈ ਨਾ। ਕਿਸੇ ਨੂੰ ਜੇ ਪੜ੍ਹਨਾ ਨਹੀਂ ਹੁੰਦਾ ਆਪਾਂ ਉਹਦੀ ਚਿੱਠੀ ਪੜ੍ਹ ਕੇ ਉਹਨੂੰ ਦੱਸ ਦਿੰਦੇ ਹਾਂ ਵੀ ਕੀ ਲਿਖਿਆ ਚਿੱਠੀ, ਕਿਸੇ ਦੀ ਦਵਾਈ ਲਿਆ ਵੀ ਹਰ ਕਿਸੇ ਦੀ ਕੋਈ ਨਾ ਕੋਈ ਹੈਲਪ ਕਰਕੇ ਵੀ ਆਪਾਂ ਇੱਕ ਖੁਸ਼ੀ ਪ੍ਰਾਪਤ ਕਰ ਸਕਦੇ। ਇੱਕ ਵਿਚਿੱਤਰ ਖੁਸ਼ੀ, ਵਿਚਿੱਤਰ ਕੀ ਹੁੰਦੀ ਹੈ, ਇੱਕ ਇਹੋ ਜਿਹੀ ਖੁਸ਼ੀ ਵੀ ਜਿਹੜੀ ਆਪਾਂ ਨੂੰ ਕਿ ਆਪਣੇ ਮਨ ਦੀ ਤਸੱਲੀ ਹੁੰਦੀ ਵੀ ਕਿ ਹਾਂ ਇਹ ਕੰਮ ਆਪਾਂ ਚੰਗਾ ਕੀਤਾ, ਕੋਈ ਚੰਗਾ ਕੰਮ ਕਰਕੇ ਆਪਾਂ ਖੁਸ਼ੀ ਨੂੰ ਪ੍ਰਾਪਤ ਕਰ ਸਕਦੇ। ਅਤੇ ਇਹੋ ਜਿਹਾ ਕੰਮ ਆਪਾਂ ਨੂੰ ਵਾਰ-ਵਾਰ ਕਰਨਾ ਚਾਹੀਦਾ। ਕਿਉਂਕਿ ਜੇ ਇਹੋ ਜਿਹੀ ਖੁਸ਼ੀ ਜਿਹੜੀ ਮਿਲਦੀ ਹੈ ਉਹ ਕੀ ਵੱਡੀਆਂ ਖੁਸ਼ੀਆਂ ਤੋਂ ਵੀ ਬਹੁਤ ਵਧੀਆ ਹੁੰਦੀ ਹੈ। ਮਿੱਠਾ ਬੋਲਣਾ, ਬੱਚਿਆਂ ਦਾ ਆਦਰ ਕਰਨਾ, ਉਹਨਾਂ ਨਾਲ ਹੱਸ ਕੇ ਗੱਲ ਕਰਨਾ, ਉਹਨਾਂ ਨਾਲ ਖੇਡਣਾ, ਉਹਨਾਂ ਦੀਆਂ ਗੱਲਾਂ ਸੁਣਨਾ, ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇਣਾ ਵੀ ਖੁਸ਼ੀ ਪ੍ਰਾਪਤ ਕਰਨ ਦਾ ਸਾਧਨ ਹੈ। ਛੋਟੇ ਬੱਚੇ ਹੁੰਦੇ ਨੇ ਕਿ ਨਿੱਕੀਆਂ ਨਿੱਕੀਆਂ ਗੱਲਾਂ ਕਿੰਨੀਆਂ ਕਰ ਜਾਂਦੇ ਨੇ, ਛੋਟੇ ਛੋਟੇ ਇਹੋ ਜਿਹੀਆਂ ਹਰਕਤਾਂ ਕਰਦੇ ਨੇ ਜਿਹੜੀਆਂ ਆਪਾਂ ਨੂੰ ਕੀ ਹੈ ਆਨੰਦ ਦਿੰਦੀਆਂ ਨੇ, ਖੁਸ਼ੀਆਂ ਦਿੰਦੀਆਂ ਨੇ, ਤਾਂ ਉਹਨਾਂ ਦੇ ਵਿੱਚ ਵੀ ਕੀ ਆਪਾਂ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ। ਮੈਂ ਕਈ ਪਰਿਵਾਰਾਂ ਨੂੰ ਜਾਣਦਾ ਹਾਂ ਜਿਨ੍ਹਾਂ ਵਿੱਚ ਕੁੱਟਿਆ ਕੁੱਟਿਆ ਮਾਹੌਲ ਹੁੰਦਾ ਹੈ, ਮੂੰਹ ਸੁੱਜੇ ਹੀ ਰਹਿੰਦੇ ਹਨ, ਪਤੀ ਪਤਨੀ ਦਾ ਕਿਸੇ ਨਾ ਕਿਸੇ ਮਸਲੇ 'ਤੇ ਤਕਰਾਰ ਹੁੰਦਾ ਹੀ ਰਹਿੰਦਾ ਹੈ। ਜੇ ਬੰਦੇ ਆਪ ਤਾਂ ਪਰੇਸ਼ਾਨ ਹੁੰਦੇ ਹੀ ਹਨ, ਨਾਲ ਬੱਚਿਆਂ ਨੂੰ ਵੀ ਪਰੇਸ਼ਾਨ ਕਰਦੇ ਹਨ, ਨਾ ਉਹ ਚੱਜ ਨਾਲ ਚਾਹ ਪੀਂਦੇ ਹਨ, ਨਾ ਖਾਣਾ ਖਾਂਦੇ ਹਨ, ਨਾ ਕੱਪੜੇ ਪਾਉਂਦੇ ਹਨ, ਨਾ ਕੋਈ ਘਰ ਦਾ ਕੰਮ ਕਰਦੇ ਹਨ। ਗੁੱਸਾ ਹਮੇਸ਼ਾ ਮੂੰਹ, ਹੱਥਾਂ, ਹਰਕਤਾਂ, ਕੰਮ ਕਰਨ ਦੇ ਤਰੀਕੇ ਅਤੇ ਭਾਸ਼ਾ ਦੀ ਵਰਤੋਂ ਰਾਹੀਂ ਪ੍ਰਗਟ ਹੁੰਦਾ ਰਹਿੰਦਾ ਹੈ। ਗੱਲ ਕੁਝ ਵੀ ਨਹੀਂ ਹੁੰਦੀ। ਜੇ ਪਤੀ ਪਤਨੀ ਆਰਾਮ ਨਾਲ ਬਹਿ ਕੇ ਸ਼ਾਂਤੀ ਨਾਲ ਸਮੱਸਿਆ ਦਾ ਹੱਲ ਕਰ ਲੈਣ ਤਾਂ ਮਾਹੌਲ ਨੂੰ ਖੁਸ਼ਗਵਾਰ ਬਣਾਇਆ ਜਾ ਸਕਦਾ ਹੈ, ਹਾਸਿਆਂ ਅਤੇ ਖੁਸ਼ੀਆਂ ਨੂੰ ਬੁਲਾਇਆ ਜਾ ਸਕਦਾ ਹੈ। ਕੋਈ ਵੀ ਇਨਸਾਨ ਮੁਸਕਰਾਉਂਦਾ ਜਾਂ ਹੱਸਦਾ ਪੈਦਾ ਨਹੀਂ ਹੁੰਦਾ। ਹੱਸਣ ਅਤੇ ਮੁਸਕਰਾਉਣ ਦੀ ਆਦਤ ਪਾਉਣੀ ਪੈਂਦੀ ਹੈ ਅਤੇ ਇਹ ਆਦਤ ਪਾਈ ਜਾ ਸਕਦੀ ਹੈ। ਸਾਡੇ ਆਂਢ ਗੁਆਂਢ ਵਿੱਚ, ਦਫ਼ਤਰ, ਸਕੂਲ, ਕਾਰਖਾਨੇ ਆਦਿ ਵਿੱਚ ਕੁਝ ਕੁ ਬੰਦੇ ਜ਼ਰੂਰ ਮਿਲ ਜਾਂਦੇ ਹਨ ਜੋ ਹਮੇਸ਼ਾ ਹੀ ਖਿੜੇ ਰਹਿੰਦੇ ਹਨ। ਗੰਭੀਰ ਤੋਂ ਗੰਭੀਰ ਅੜਚਨ ਵੇਲੇ ਉਹਨਾਂ ਦੇ ਮੂੰਹ 'ਤੇ ਚਿੰਤਾ ਜਾਂ ਗਮ ਦੀਆਂ ਲਕੀਰਾਂ ਨਹੀਂ ਖਿੱਚੀਆਂ ਜਾਂਦੀਆਂ। ਇਹ ਵੀ ਅਚੰਭਾ ਹੀ ਜਾਪਦਾ ਕਿ ਹੱਸਦੇ ਖੇਡਦੇ ਹੀ ਔਂਕੜਾਂ ਦਾ ਹੱਲ ਕਰ ਲੈਂਦੇ ਹਨ। ਉਹ ਜੰਮਦੇ ਹੀ ਅਜਿਹੇ ਨਹੀਂ ਸਨ,
ਉਹਨਾਂ ਨੇ ਹੱਸਣ ਜਾਂ ਮੁਸਕਰਾਉਣ ਦੀ, ਮੁਸੀਬਤਾਂ ਅਤੇ ਔਕੜਾਂ ਨਾਲ ਖਿੜੇ ਮੱਥੇ ਘੁਲਣ ਦੀ ਆਦਤ ਪਾਈ ਹੁੰਦੀ ਹੈ। ਉਹਨਾਂ ਕੋਲ ਢੇਰ ਸਾਰੇ ਲਤੀਫੇ ਹੁੰਦੇ ਹਨ, ਬਹੁਤ ਸਾਰੇ ਸ਼ੇਅਰ ਹੁੰਦੇ ਹਨ, ਕਈ ਨਿੱਕੀਆਂ ਨਿੱਕੀਆਂ ਹਾਸੇ ਦੀਆਂ ਫੁੱਲਝੜੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਉਹ ਅਕਸਰ ਵਰਤੋਂ ਕਰਦੇ ਰਹਿੰਦੇ ਹਨ। ਉਹਨਾਂ ਵੱਲ ਵੇਖ ਕੇ ਭੁਲੇਖਾ ਪੈਂਦਾ ਹੈ ਕਿ ਇਹਨਾਂ ਨੂੰ ਕਦੇ ਕੋਈ ਮੁਸੀਬਤ ਆਉਂਦੀ ਹੀ ਨਹੀਂ, ਕੋਈ ਵੀ ਔਕੜ ਦਾ ਇਹ ਸਾਹਮਣਾ ਹੀ ਨਹੀਂ ਕਰਦੇ। ਇਸੇ ਕਰਕੇ ਇਹ ਹਮੇਸ਼ਾ ਖੁਸ਼ ਰਹਿੰਦੇ ਹਨ। ਗੱਲ ਇਹ ਨਹੀਂ ਹੁੰਦੀ, ਮੁਸੀਬਤਾਂ ਇਹਨਾਂ ਨੂੰ ਵੀ ਪੈਂਦੀਆਂ ਹਨ, ਬਿਜਲੀਆਂ ਇਹਨਾਂ ਉੱਤੇ ਵੀ ਗਿਰਦੀਆਂ ਹਨ, ਪਰ ਇਹ ਘਬਰਾਉਂਦੇ ਨਹੀਂ, ਰੋਣਾ ਪਿੱਟਣਾ ਨਹੀਂ ਪਾ ਬਹਿੰਦੇ, ਸਗੋਂ ਹੱਸਦੇ ਖੇਡਦੇ ਗੰਢਾਂ ਖੋਲ੍ਹ ਲੈਂਦੇ ਹਨ। ਹਰ ਬਸ਼ਰ ਅਜਿਹਾ ਕਰ ਸਕਦਾ ਹੈ, ਬਸ ਥੋੜ੍ਹਾ ਜਿੰਨਾ ਸੋਚ ਅਤੇ ਯੋਜਨਾਬੱਧੀ ਤੋਂ ਕੰਮ ਲੈਣਾ ਹੁੰਦਾ। ਬਸ਼ਰ ਬੇਟਾ ਕੀ ਹੁੰਦਾ? ਵਿਅਕਤੀ, ਆਦਮੀ ਦੀ ਗੱਲ ਕੀਤੀ ਗਈ ਹੈ। ਤਾਂ ਇਹਦੇ ਵਿੱਚੋਂ ਕੀ ਕਹਿੰਦੇ ਨੇ ਕਿ ਜਿਹੜੀ ਖੁਸ਼ੀਆਂ ਹੁੰਦੀਆਂ ਨੇ ਉਹ ਕਿ ਆਪਾਂ ਛੋਟੇ ਬੱਚਿਆਂ ਤੋਂ ਵੀ ਪ੍ਰਾਪਤ ਕਰ ਸਕਦੇ ਹਾਂ, ਪਰ ਕਈ ਇਹੋ ਜਿਹੇ ਵੀ ਪਰਿਵਾਰ ਨੇ, ਜਿਹੜਾ ਲੇਖਕ ਹੈ, ਜਿਹੜਾ ਆਪਣਾ ਵਾਰਤਕ ਕਰ, ਉਹਨੇ ਕੀ ਕਿਹਾ ਕਿ ਉਹਨੇ ਇਹੋ ਜਿਹੇ ਪਰਿਵਾਰ ਵੀ ਵੇਖੇ ਨੇ ਜਿਨ੍ਹਾਂ ਦੇ ਵਿੱਚ ਕੀ ਖੁਸ਼ੀਆਂ ਹੈ ਹੀ ਨਹੀਂ ਗਾ। ਉਹਨਾਂ ਦਾ ਜਿਹੜਾ ਮਾਹੌਲ ਹੀ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਹਰ ਟਾਈਮ ਲੜਾਈ ਹੁੰਦੀ ਹੈ ਘਰ ਦੇ ਵਿੱਚ, ਕੁੱਟਿਆ ਜਿਹਾ ਬੰਦਾ ਰਹਿੰਦਾ ਹੈ ਨਾ। ਹੁੰਦੇ ਨੇ ਕਈ ਇਹੋ ਜਿਹੇ, ਉਹਨਾਂ ਦੀ ਪਰੇਸ਼ਾਨੀ ਦੀ ਵੀ ਕੋਈ ਵਜ੍ਹਾ ਨਹੀਂ ਹੁੰਦੀ, ਕਿਉਂ? ਪਤੀ ਪਤਨੀ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਤਾਂ ਗੁੱਸੇ ਰਹਿਣਾ, ਜਾਂ ਕਿਸੇ ਨੇ ਕੁਝ ਕਹਿਤਾ ਤਾਂ ਉਹਨਾਂ ਨੂੰ ਕਿ ਦਿਲ 'ਤੇ ਲਾ ਲੈਂਦੇ ਨੇ, ਗੁੱਸੇ ਰਹਿੰਦੇ ਨੇ, ਅਤੇ ਨਾ ਉਹ ਕਿਸੇ ਪਰਿਵਾਰ ਦੇ ਮੈਂਬਰ ਨਾਲ ਚੱਜ ਨਾਲ ਬੋਲਦੇ ਨੇ, ਨਾ ਬੱਚਿਆਂ ਨਾਲ ਬੋਲਦੇ ਨੇ, ਨਾ ਪਤੀ ਆਪਣੀ ਪਤਨੀ ਨਾਲ ਬੋਲਦਾ ਹੈ ਨਾ, ਨਾ ਉਹ ਚੰਗੀ ਤਰ੍ਹਾਂ ਖਾਂਦੇ ਪੀਂਦੇ ਨੇ, ਨਾ ਕੋਈ ਘਰ ਦਾ ਕੰਮ ਚੰਗੀ ਤਰ੍ਹਾਂ ਕਰਦੇ ਨੇ। ਅਤੇ ਉਹਨਾਂ ਦਾ ਗੁੱਸਾ ਵੀ ਆਪਾਂ ਨੂੰ ਕੀ ਉਹਨਾਂ ਦੀ ਹਰਕਤਾਂ ਤੋਂ ਪਤਾ ਲੱਗਦਾ ਰਹਿੰਦਾ, ਜਦੋਂ ਬੋਲਣ ਦੇ ਤਰੀਕੇ ਤੋਂ ਪਤਾ ਲੱਗਦਾ। ਜਦੋਂ ਬੰਦਾ ਖਿਝਿਆ ਜਿਹਾ ਬੋਲਦਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹਨੂੰ ਕੀ ਹੈ, ਗੁੱਸੇ ਦੇ ਵਿੱਚ ਹੈ ਨਾ। ਜਾਂ ਹੋਰ ਕੀ ਹੈ, ਕਈ ਵਾਰੀ ਇਹੋ ਜਿਹਾ ਸਮਾਨ ਚੱਕ ਕੇ ਇੱਕ ਗੁੱਸੇ 'ਚ ਇੱਧਰ ਉੱਧਰ ਮਾਰ ਦਿੰਦੇ ਨੇ, ਉਹਨਾਂ ਨੂੰ ਜਿਹੜਾ ਸਮਾਨ ਲੱਭਣਾ ਹੁੰਦਾ ਮਿਲਦਾ ਨਹੀਂ, ਫਿਰ ਦੂਜੀਆਂ ਚੀਜ਼ਾਂ ਚੱਕ ਕੇ ਮਾਰਦੇ ਨੇ, ਕਿਉਂਕਿ ਆਪਣਾ ਗੁੱਸਾ ਕੱਢਦੇ ਨੇ ਬਾਹਰ। ਤਾਂ ਇੱਥੇ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਜਿਹੜੀ ਹਾਲਤ ਆ ਉਹ ਵਧੀਆ ਨਹੀਂ ਹੈਗੀ, ਉਹ ਗੁੱਸੇ ਦੇ ਵਿੱਚ ਨੇ। ਅਤੇ ਇਹਨੂੰ ਆਪਾਂ ਦੂਰ ਕਿਵੇਂ ਕਰ ਸਕਦੇ ਹਾਂ? ਇਹਨਾਂ ਨੂੰ ਦੂਰ ਕਰਨ ਦਾ ਇੱਕੋ ਹੀ ਹੱਲ ਹੈ ਕਿ ਆਪਾਂ ਨੂੰ ਕਿ ਆਪਸ ਦੇ ਵਿੱਚ ਬਹਿ ਕੇ ਜਿਹੜੀ ਤਕਰਾਰ ਹੋਈ ਹੈ ਆਪਣੀ, ਉਹਨੂੰ ਦੂਰ ਕਰਨਾ ਚਾਹੀਦਾ, ਜਿਹੜੇ ਮਤਭੇਦ ਨੇ ਉਹਨੂੰ ਦੂਰ ਕਰਨਾ ਚਾਹੀਦਾ, ਤਾਂ ਕਿ ਜਿਹੜਾ ਆਪਣਾ ਮਾਹੌਲ ਉਹ ਕੀ ਖੁਸ਼ਨੁਮਾ ਬਣਿਆ ਰਹਿ ਸਕੇ। ਤਾਂ ਜਿਹੜੇ ਆਪਣੇ ਪਰਿਵਾਰ ਦਾ ਮਾਹੌਲ ਵੀ ਕੀ ਖੁਸ਼ਨੁਮਾ ਬਣੇ, ਸਾਰੇ ਕੀ ਹੱਸ ਖੇਡ ਕੇ ਵਧੀਆ ਆਰਾਮ ਨਾਲ ਰਹਿਣ। ਇਹ ਨਾ ਹੋਵੇ ਕਿ ਮਾਹੌਲ ਕੀ ਹੈ ਭੀੜਾ ਜਾਂ ਕੁੱਟਿਆ ਜਾ ਹੋਵੇ ਅਤੇ ਫਿਰ ਵੀ ਉੱਥੇ ਰਹੀ ਜਾਂਦੇ, ਫਿਰ ਉਹ ਪਰਿਵਾਰ ਵਰਗਾ ਮਾਹੌਲ ਰਹਿੰਦਾ ਹੀ ਨਹੀਂ, ਹੈ ਨਾ। ਤਾਂ ਹਰੇਕ ਨੂੰ ਕੀ ਹੱਸਣ ਦੀ ਆਦਤ ਪੈਣੀ ਚਾਹੀਦੀ ਹੈ। ਤਾਂ ਆਪਾਂ ਕੀ ਆਪਣੇ ਆਂਢ ਗੁਆਂਢ ਵਿੱਚ, ਆਪਣੇ ਸਕੂਲ ਦੇ ਵਿੱਚ, ਜਾਂ ਕੋਈ ਦਫ਼ਤਰ ਜਾਂਦਾ ਉੱਥੇ, ਜਾਂ ਕੋਈ ਕਾਰਖਾਨੇ ਜਾਂਦਾ ਉੱਥੇ, ਕਿਤੇ ਵੀ ਆਪਾਂ ਵੇਖ ਲੈਂਦੇ ਹਾਂ ਕਿ ਇਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਕਿ ਹਰ ਟਾਈਮ ਹੱਸਦੇ ਰਹਿੰਦੇ ਨੇ, 24 ਘੰਟੇ ਉਹਨਾਂ ਦੇ ਕਿ ਦੰਦ ਨਿਕਲਦੇ ਨੇ, ਇੰਨਾ ਖੁਸ਼ ਹੁੰਦੇ ਨੇ ਉਹ ਬੰਦੇ। ਆਪਾਂ ਨੂੰ ਵੇਖ ਕੇ ਲੱਗਦਾ ਕਿ ਹਾਂ ਇਹ ਬੰਦਾ ਨਾ ਕਿ ਜ਼ਿਆਦਾ ਖੁਸ਼ ਹੈ, ਕਿਉਂ? ਇਹਨੂੰ ਕੋਈ ਤਕਲੀਫ ਹੀ ਨਹੀਂ ਹੋਣੀ। ਪਰ ਉਹ ਇਹੋ ਜਿਹੇ ਨਹੀਂ ਹੁੰਦੇ, ਉਹ ਕੀ ਆ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਚੇਂਜ ਕਰ ਲੈਂਦੇ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਿਹੜੀ ਮੁਸੀਬਤ ਹੈ ਇਹ ਆਉਂਦੀ ਜਾਂਦੀ ਰਹਿੰਦੀ ਹੈ, ਕਿ ਇਹ ਸਦਾ ਸਟੇਬਲ ਨਹੀਂ ਰਹਿੰਦੀ। ਜਿਹੜੀ ਵੀ ਚੀਜ਼ ਆ ਗਈ, ਹਰ ਚੀਜ਼ ਦਾ ਕੀ ਹੈ ਟਾਈਮ ਹੁੰਦਾ ਹੈ ਨਾ। ਜੇ ਦੁੱਖ ਆਇਆ ਤਾਂ ਸਾਰੀ ਉਮਰ ਦੁੱਖ ਨਹੀਂ ਰਹਿਣਾ, ਉਹਨੂੰ ਆਪਾਂ ਕੀ ਦੂਰ ਕਰ ਸਕਦੇ ਆਪਣੀ ਮਿਹਨਤ ਨਾਲ। ਤਾਂ ਇਹੋ ਜਿਹੇ ਬੰਦੇ ਨੂੰ ਵੇਖ ਕੇ ਕੀ ਹੈ, ਜਿਹੜੇ ਬੰਦੇ ਕੀ ਜ਼ਿਆਦਾ ਘੁੱਟੇ ਰਹਿੰਦੇ ਨੇ, ਗੁੱਸੇ ਵਾਲੇ, ਉਹਨਾਂ ਨੂੰ ਲੱਗਦਾ ਕਿ ਇਹ ਬੰਦੇ ਦਾ ਪਤਾ ਨਹੀਂ ਇਹਦੇ ਕੋਲ ਕੀ ਹੈ, ਕੀ ਖਜ਼ਾਨਾ ਮਿਲ ਗਿਆ ਇਹਨੂੰ, ਇਹ ਸਰਦ ਨਹੀਂ ਖੁਸ਼ ਰਹਿੰਦਾ। ਪਰ ਇਹੋ ਜਿਹੀ ਗੱਲ ਨਹੀਂ ਹੁੰਦੀ, ਉਹ ਵੀ ਆਪਣੇ ਵਰਗੇ ਹੁੰਦੇ ਨੇ, ਉਲਝਣ ਉਹਨਾਂ 'ਤੇ ਵੀ ਆਉਂਦੀਆਂ, ਮੁਸੀਬਤਾਂ ਉਹਨਾਂ 'ਤੇ ਵੀ ਆਉਂਦੀਆਂ ਨੇ, ਪਰ ਉਹ ਕੀ ਉਹਨੂੰ ਆਰਾਮ ਨਾਲ ਹੱਸ ਖੇਡ ਕੇ ਉਹਨੂੰ ਦੂਰ ਕਰ ਲੈਂਦੇ ਨੇ। ਇਹ ਨਹੀਂ ਹੈਗਾ ਕਿ ਉਹ ਕਿਸੇ ਨੇ ਲੜਾਈ ਕਰ ਲਈ ਜਾਂ ਕੁਛ ਕਰ ਲਿਆ, ਹੈ ਨਾ। ਤਾਂ ਉਹ ਚੀਜ਼ਾਂ ਨੂੰ ਕਿ ਯੋਜਨਾਬੱਧ ਤਰੀਕੇ ਨਾਲ ਕੰਮ ਕਰਦੇ ਨੇ ਕਿ ਪਹਿਲਾਂ ਜੇ ਆਪਾਂ ਆਹ ਕੰਮ ਕਰਾਂਗੇ ਤਾਂ ਫਿਰ ਆਪਣਾ ਕੀ ਹੈ ਸਾਰਾ ਕੰਮ ਸੈੱਟ ਹੋ ਜਾਊਗਾ, ਜੇ ਆਪਾਂ ਆਹ ਕਰਾਂਗੇ ਤਾਂ ਸੈੱਟ ਹੋ ਜਾਊਗਾ। ਤਾਂ ਉਹ ਚੀਜ਼ਾਂ ਕੀ ਹੈ, ਮੁਸੀਬਤਾਂ ਨੂੰ ਕੀ ਹੈ ਜਾਂ ਮੁਸ਼ਕਲਾਂ ਨੂੰ ਕੀ ਹੈ, ਉਹ ਆਰਾਮ ਨਾਲ ਕੀ ਆਪਣੇ 'ਤੇ ਲੈ ਕੇ ਉਹਨੂੰ ਕੀ ਹੈ ਖ਼ਤਮ ਕਰਦੇ ਨੇ। ਉਹ ਇਹ ਨਹੀਂ ਕਹਿੰਦੇ ਕਿ ਹਾਂ ਮੇਰੇ 'ਤੇ ਮੁਸੀਬਤ ਆ ਗਈ ਰੋਣ ਲੱਗੇ, ਰੋਂਦੇ ਨਹੀਂ ਉਹ ਕੀ ਉਹਨਾਂ ਚੀਜ਼ਾਂ ਨੂੰ ਦੂਰ ਕਰਦੇ ਨੇ। ਅੱਗੇ ਦੇਖੋ, ਸਾਡੇ ਵੱਡੇ ਵਡੇਰਿਆਂ ਨੇ ਘਰਾਂ, ਪਰਿਵਾਰਾਂ ਅਤੇ ਸਮਾਜ ਵਿੱਚ ਖੁਸ਼ੀਆਂ ਨੂੰ ਸੱਦਾ ਦੇਣ ਦੇ ਕਈ ਢੰਗ ਕੱਢੇ ਹੋਏ ਸਨ। ਉਹਨਾਂ ਵਿੱਚੋਂ ਕੁਝ ਕੁ ਰਸਮਾਂ, ਰੀਤਾਂ, ਮੇਲਿਆਂ, ਸਮਾਗਮਾਂ, ਸਮਾਜਿਕ ਅਤੇ ਧਾਰਮਿਕ ਤਿਉਹਾਰਾਂ ਦੇ ਰੂਪ ਵਿੱਚ ਅੱਜ ਤੱਕ ਤੁਰੇ ਆ ਰਹੇ ਹਨ। ਵਿਆਹ ਸ਼ਾਦੀ ਦੇ ਮੌਕੇ ਨਵੇਂ ਕੱਪੜੇ ਸਵਾਉਣਾ, ਗਹਿਣੇ ਖਰੀਦਣੇ, ਮਿਠਾਈਆਂ ਖਾਣੀਆਂ ਅਤੇ ਵੰਡਣੀਆਂ, ਗਰੀਬ ਗੁਰਬੇ ਨੂੰ ਦਾਨ ਦੇਣਾ, ਧਿਆਣੀਆਂ ਪੂਜਣੀਆਂ, ਮੰਦਰਾਂ, ਸਕੂਲਾਂ, ਧਰਮਸ਼ਾਲਾਵਾਂ ਨੂੰ ਦਾਨ ਦੇਣਾ, ਨਲਕੇ, ਖੂਹ ਆਦਿ ਲਗਵਾਉਣ ਸਾਰੇ ਹੀ ਖੁਸ਼ੀ ਦੇ ਸਾਧਨ ਹਨ। ਜਨਮ ਦਿਹਾੜੇ, ਦਸਤਾਰ ਪੁਛੀ, ਜਨੇਊ ਪਾਉਣ ਦੀ ਰਸਮ, ਸਕੂਲ ਪੜ੍ਹਨੇ ਪਾਉਣ ਦੀ ਰਸਮ, ਸ਼ਾਦੀ ਦੀ ਐਨੀਵਰਸਰੀ, ਨੌਕਰੀ ਵਿੱਚ ਤਰੱਕੀ, ਮਕਾਨ ਦੀ ਚੱਠ, ਭਾਈ ਦੂਜ, ਰੱਖੜੀ, ਜਨਮ ਅਸ਼ਟਮੀ, ਗੁਰਪੁਰਬ, ਦੁਸਹਿਰਾ, ਦੀਵਾਲੀ ਆਦਿ ਸਾਰੇ ਹੀ ਖੁਸ਼ੀਆਂ ਪ੍ਰਾਪਤੀ ਦੇ ਵਸੀਲੇ ਹਨ। ਆਧੁਨਿਕ ਸਮੇਂ ਨੇ ਅਜਿਹੇ ਮੌਕਿਆਂ ਵਿੱਚ ਆਜ਼ਾਦੀ ਦਿਵਸ, ਗਣਤੰਤਰ ਦਿਵਸ, ਬਾਲ ਦਿਵਸ, ਅਧਿਆਪਕ ਦਿਵਸ, ਮਾਪਾ ਦਿਵਸ, ਮਾਂ ਦਿਵਸ, ਪਿਤਾ ਦਿਵਸ, ਮਜ਼ਦੂਰ ਦਿਵਸ, ਧਰਤੀ ਦਿਵਸ ਆਦਿ ਵੀ ਜੋੜ ਦਿੱਤੇ ਹਨ। ਇਹ ਸਾਰੇ ਖੁਸ਼ੀ ਦੇ ਮੌਕੇ ਹਨ ਇਹਨਾਂ ਨੂੰ ਇਸੇ ਤਰ੍ਹਾਂ ਹੀ ਮਨਾਉਣਾ ਚਾਹੀਦਾ। ਤਾਂ ਕੀ ਹੈਗਾ ਕਿ ਇਹਨਾਂ ਨੇ ਕੀ ਕਿਹਾ ਕਿ ਜਿਹੜੇ ਆਪਣੇ ਵੱਡੇ ਵਡੇਰੇ ਸੀਗੇ, ਉਹਨਾਂ ਨੇ ਘਰਾਂ ਦੇ, ਪਰਿਵਾਰਾਂ ਦੇ ਵਿੱਚ, ਸਮਾਜ ਨੂੰ ਖੁਸ਼ੀਆਂ ਦੇਣ ਦੇ ਕਈ ਢੰਗ ਕੱਢੇ ਸੀ। ਕਈ ਢੰਗ ਕਿਵੇਂ? ਉਹਨਾਂ ਨੇ ਰਸਮਾਂ ਬਣਾਤੀਆਂ, ਰੀਤੀ ਰਿਵਾਜ ਬਣਾਤੇ, ਹੈ ਨਾ। ਤਾਂ ਕਾਹਦੇ ਵਾਸਤੇ ਬਣਾਏ? ਕਿ ਜਿਹੜਾ ਪਰਿਵਾਰ ਦਾ ਮਾਹੌਲ ਆ ਉਹ ਕੀ ਹੈ
ਕੁੱਟਿਆ ਜਾ ਨਾ ਰਵੇ, ਉਹਨੂੰ ਕਿ ਆਪਾਂ ਖੁਸ਼ੀ ਉਹਨੂੰ ਕੀ ਹੈ ਇੰਜੋਏ ਕਰੀਏ ਹਰੇਕ ਚੀਜ਼ ਨੂੰ। ਤਾਂ ਉਹਨਾਂ ਲਈ ਉਹਨਾਂ ਨੇ ਕੀ ਕੀਤਾ ਕਿ ਵਿਆਹ ਸ਼ਾਦੀਆਂ ਵਿੱਚ ਨਵੇਂ ਕੱਪੜੇ ਸਵਾਉਣ ਲੱਗ ਗਏ, ਤਾਂ ਮੇਲੇ ਲੱਗਣ ਲੱਗ ਗਏ, ਤਿਉਹਾਰ ਕੀ ਮਨਾਉਣ ਲੱਗ ਗਏ, ਮਠਿਆਈਆਂ ਖਾਣੀਆਂ ਵਧੀਆ ਸ਼ੁਰੂ ਕਰਤੇ, ਜਿਵੇਂ ਕੋਈ ਮੇਲਾ ਆ ਗਿਆ ਜਾਂ ਕੋਈ ਕਿ ਛੋਟਿਆਂ ਨੂੰ ਦਾਨ ਕਰਤਾ, ਜਿਹੜੀ ਗਰੀਬ ਹੁੰਦੇ ਦਾਨ ਕਰਤਾ, ਧਿਆਣੀਆਂ ਪੂਜੀਆਂ, ਧਿਆਣੀਆਂ ਮਤਲਬ ਧੀਆਂ ਜਾਂ ਭੈਣਾਂ ਹੈ ਨਾ, ਜਿਹੜੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਦੀ ਪੂਜਾ ਕਰਨੀ, ਜਿਵੇਂ ਆਪਾਂ ਹੁਣ ਵੀ ਕਰਦੇ ਹੁੰਦੇ ਹਾਂ। ਤਾਂ ਸਕੂਲ ਪੜ੍ਹਨੇ ਪਾਉਣ ਦੀ ਰਸਮ ਕੀ ਹੈ, ਕਈ ਵਾਰੀ ਕਈ ਬੱਚੇ ਨੂੰ ਪਹਿਲੀ ਵਾਰ ਸਕੂਲ ਪਾਇਆ ਜਾਂਦਾ, ਉਹਨੂੰ ਵੀ ਆਪਾਂ ਕੀ ਇੰਨੀ ਖੁਸ਼ੀ ਨਾਲ ਮਨਾਉਂਦੇ ਹਾਂ। ਜਨੇਊ ਪਾਉਣ ਦੀ ਰਸਮ, ਜਦੋਂ ਧਾਰਮਿਕ ਰਸਮ ਹੁੰਦੀ ਹੈ ਕਿ ਜਨੇਊ ਪਾਉਂਦੇ ਨੇ, ਉਹਨੂੰ ਵੀ ਦਸਤਾਰ ਪੋਸ਼ੀ ਕੀ ਹੁੰਦਾ, ਜਦੋਂ ਸਿੱਖ ਧਰਮ ਦੇ ਵਿੱਚ ਬੱਚਾ ਪਹਿਲੀ ਵਾਰੀ ਕੀ ਹੈ ਪੱਗ ਬੰਨ੍ਹਦਾ ਹੋ ਕਿ ਉਹਦੇ ਨਾਨਕੇ ਪੱਗ ਬੰਨ੍ਹਦੇ ਨੇ। ਤਾਂ ਕਿਸੇ ਦਾ ਜਨਮ ਮਨਾਉਣਾ, ਤਾਂ ਗੁਰਪੁਰਬ ਹੋ ਗਿਆ, ਜਨਮ, ਦੁਸਹਿਰਾ, ਦੀਵਾਲੀ, ਬਹੁਤ ਸਾਰੇ ਤਿਉਹਾਰ ਹੋ ਗਏ। ਅਤੇ ਆਧੁਨਿਕ ਸਮੇਂ ਦੇ ਤਿਉਹਾਰ ਕੀ ਵੀ ਹੋ ਗਏ, ਜਿਵੇਂ ਗਣਤੰਤਰ ਦਿਵਸ ਮਨਾ ਲੈਂਦੇ ਹਾਂ ਆਪਾਂ, ਅਧਿਆਪਕ ਦਿਵਸ ਮਨਾ ਲੈਂਦੇ ਹਾਂ, ਆਜ਼ਾਦੀ ਦਿਵਸ। ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ, ਇਹ ਮਨ ਨੂੰ ਖੁਸ਼ੀ ਦੇਣ ਵਾਲੀਆਂ ਨੇ। ਇਹੋ ਜਿਹੇ ਤਾਂ ਕਰਕੇ ਇਹਨਾਂ ਨੂੰ ਮਨਾਇਆ ਜਾਂਦਾ ਕਿ ਜਿਹੜਾ ਆਪਣਾ ਮਾਹੌਲ ਹੈ ਉਹ ਕਿ ਆਪਾਂ ਥੋੜ੍ਹਾ ਖੁਸ਼ੀ ਵਾਲਾ ਰੱਖ ਸਕੀਏ। ਠੀਕ ਹੈ। ਪਤੀ ਦਾ ਪਤਨੀ ਦੇ ਕੰਮ ਵਿੱਚ ਹੱਥ ਵਟਾਉਣਾ, ਦੂਜੀ ਤੀਜੀ ਵਿੱਚ ਪੜ੍ਹਦੇ ਬੱਚੇ ਨੂੰ ਇਨਾਮ ਮਿਲਣਾ, ਕਿਸੇ ਪਿਆਰੇ ਦੀ ਚਿੱਠੀ ਦਾ ਕਈ ਵਰ੍ਹਿਆਂ ਬਾਅਦ ਅਚਾਨਕ ਆ ਜਾਣਾ, ਗਰਮੀ ਦੇ ਮੌਸਮ ਵਿੱਚ ਮੀਂਹ ਪੈਣਾ ਸ਼ੁਰੂ ਹੋ ਜਾਣਾ, ਗੁਆਂਢੀਆਂ ਵੱਲੋਂ ਅਖੰਡ ਪਾਠ ਕਰਵਾਉਣ ਜਾਂ ਧੀ ਦਾ ਵਿਆਹ ਰੱਖਿਆ ਜਾਣਾ ਆਦਿ ਖੁਸ਼ੀ ਦੇ ਮੌਕਿਆਂ ਨੇ ਇਹਨਾਂ ਵਿੱਚ ਗੱਜ ਵੱਜ ਕੇ ਸ਼ਿਰਕਤ ਕਰਨੀ ਚਾਹੀਦੀ ਹੈ। ਤਾਂ ਕੀ ਹੁੰਦਾ ਕਿ ਪਤੀ ਪਤਨੀ ਕੰਮ ਕਰ ਰਹੇ ਨੇ, ਤਾਂ ਪਤਨੀ ਕੰਮ ਕਰ ਰਹੀ, ਪਤੀ ਹੱਥ ਵਟਾ ਦੇ, ਹੈ ਪਤੀ ਹੱਥ ਕੰਮ ਕਰ ਰਿਹਾ ਕੋਈ, ਤਾਂ ਪਤਨੀ ਹੱਥ ਵਟਾ ਦੇ, ਹੱਥ ਵਟਾਈ ਮਤਲਬ ਮਦਦ ਕਰਦੇ ਹੈ ਨਾ। ਤਾਂ ਕੀ ਹੈ, ਦੂਜਾ ਕੋਈ ਬੱਚਾ ਸਕੂਲ 'ਚ ਪੜ੍ਹਿਆ, ਉਹਨੂੰ ਕੋਈ ਇਨਾਮ ਮਿਲਦਾ ਤਾਂ ਵੀ ਉਹਦੇ ਵਿੱਚ ਖੁਸ਼ੀ ਹੁੰਦੀ ਹੈ ਆਪਾਂ ਨੂੰ। ਤਾਂ ਕਈ ਕੀ ਆਪਣਾ ਕੋਈ ਖਾਸ ਯਾਰ ਦੋਸਤ ਹੁੰਦਾ ਜਾਂ ਰਿਸ਼ਤੇਦਾਰ ਹੁੰਦਾ, ਬਹੁਤ ਟਾਈਮ ਬਾਅਦ ਆਪਾਂ ਨੂੰ ਮਿਲਦਾ ਜਾਂ ਉਹਨਾਂ ਦੀ ਕੋਈ ਚਿੱਠੀ ਵਗੈਰਾ ਆਉਂਦੀ ਹੈ ਨਾ। ਤਾਂ ਗਰਮੀਆਂ ਦੇ ਮੌਸਮ 'ਚ ਬਹੁਤ ਗਰਮੀ ਪਈ ਜਾਂਦੀ, ਫਿਰ ਮੀਂਹ ਪੈ ਜੇ ਆਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਤਾਂ ਇਹ ਸਾਰੀਆਂ ਚੀਜ਼ਾਂ ਨੇ ਕਿਹੜੀ ਹੈ, ਇਹ ਖੁਸ਼ੀ ਵਾਲੀਆਂ ਚੀਜ਼ਾਂ ਨੇ, ਇਹਨਾਂ ਦੇ ਵਿੱਚ ਆਪਾਂ ਨੂੰ ਕਿ ਸ਼ਿਰਕਤ ਕਰਨੀ ਚਾਹੀਦੀ ਹੈ। ਸ਼ਿਰਕਤ ਮਤਲਬ ਇਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਆਪਾਂ ਨੂੰ ਵੀ, ਕਿ ਇਹ ਖੁਸ਼ੀ ਦੀਆਂ ਚੀਜ਼ਾਂ ਨੇ, ਆਪਣੇ ਮਨ ਨੂੰ ਇੱਕ ਖੁਸ਼ੀ ਮਿਲਦੀ ਹੈ ਇਹਨਾਂ ਨਾਲ। ਜਿਹੜੇ ਖੁਸ਼ੀਆਂ ਨੂੰ ਸੱਦਾ ਦੇਣਾ ਜਾਣਦੇ ਹਨ ਉਹ ਆਂਢ ਗੁਆਂਢ ਵਿੱਚ ਮਨਾਈ ਜਾ ਰਹੀ ਕਿਸੇ ਦੀ ਖੁਸ਼ੀ ਵਿੱਚ ਸ਼ਾਮਿਲ ਹੋ ਜਾਂਦੇ ਹਨ। ਸ਼ਾਮਿਲ ਹੀ ਨਹੀਂ ਹੁੰਦੇ, ਭੰਗੜੇ ਵੀ ਪਾਉਣ ਲੱਗ ਪੈਂਦੇ ਹਨ। ਤਾਂ ਕੀ ਹੈ, ਜਿਹੜੇ ਬੰਦੇ ਕੀ ਹੈ ਖੁਸ਼ੀਆਂ ਨੂੰ ਕੀ ਹੈ ਕੈਚ ਕਰ ਲੈਂਦੇ ਨੇ, ਪਕੜ ਲੈਂਦੇ ਨੇ, ਤਾਂ ਨਿੱਕੀ ਨਿੱਕੀ ਚੀਜ਼ ਦੇ ਵਿੱਚੋਂ ਖੁਸ਼ੀ ਲੱਭ ਲੈਂਦੇ ਨੇ, ਤਾਂ ਉਹ ਬੰਦੇ ਕੀ ਹੁੰਦੇ ਨੇ ਜ਼ਿਆਦਾ ਖੁਸ਼ ਰਹਿੰਦੇ ਨੇ ਦੂਜਿਆਂ ਨਾਲ। ਕਿਸੇ ਬੁਰੀ ਆਦਤ ਨੂੰ ਛੱਡ ਦੇਣਾ ਵੀ ਖੁਸ਼ੀ ਮਨਾਉਣ ਦਾ ਮੌਕਾ ਹੁੰਦਾ ਕਿ ਆਪਾਂ ਨੂੰ ਕੋਈ ਮਾੜੀ ਆਦਤ ਜੇ ਆਪਾਂ ਨੂੰ ਛੱਡ ਦੇ ਤਾਂ ਉਹ ਵੀ ਆਪਣੇ ਲਈ ਖੁਸ਼ੀ ਵਾਲੀ ਗੱਲ ਹੈ। ਜਿਸ ਨੂੰ ਨਸ਼ੇ ਕਰਨ ਦੀ, ਝੂਠ ਬੋਲਣ ਦੀ, ਰਿਸ਼ਵਤ ਲੈਣ ਦੀ, ਚੁਗਲੀ ਕਰਨ ਦੀ, ਗੁਮਨਾਮ ਸ਼ਿਕਾਇਤ ਕਰਨ ਦੀ, ਪਿੱਠ ਪਿੱਛੇ ਨਿੰਦਾ ਕਰਨ ਦੀ, ਗਾਲਾਂ ਕੱਢਣ ਦੀ, ਗੁੱਸਾ ਕਰਨ ਦੀ, ਜਾਂ ਕਿਸੇ ਤਰ੍ਹਾਂ ਦੀ ਕੋਈ ਭੈੜੀ ਆਦਤ ਹੋਵੇ, ਉਸ ਨੂੰ ਉਦੋਂ ਬੜੀ ਹੀ ਖੁਸ਼ੀ ਪ੍ਰਾਪਤ ਹੁੰਦੀ ਜਦੋਂ ਅਜਿਹੀ ਬੁਰੀ ਆਦਤ ਦਾ ਤਿਆਗ ਕਰਦਾ ਹੈ। ਕਈ ਵਾਰੀ ਆਪਣੇ ਕੀ ਆਦਤਾਂ ਮਾੜੀਆਂ ਹੁੰਦੀਆਂ ਨੇ ਕਈ ਬੰਦਿਆਂ ਦੀਆਂ, ਪਰ ਕੀ ਹੈ ਫਿਰ ਜਦੋਂ ਉਹ ਮਾੜੀਆਂ ਆਦਤਾਂ ਨੂੰ ਪਤਾ ਹੁੰਦਾ ਆਪ ਨੂੰ ਵੀ ਇਹ ਸਾਡੀ ਕੀ ਆਦਤ ਮਾੜੀ ਹੈ, ਪਰ ਜਦੋਂ ਛੱਡਦੇ ਨੇ ਫਿਰ ਉਹਨਾਂ ਨੂੰ ਕੀ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਮਿਲਦੀ ਹੈ ਨਾ। ਤਾਂ ਉਹ ਖੁਸ਼ੀ ਨੂੰ ਆਪਾਂ ਕੀ ਪ੍ਰਾਪਤ ਕਰ ਸਕਦੇ ਹਾਂ, ਇਹਨੂੰ ਵੀ ਪ੍ਰਾਪਤ ਕਰਨ ਦਾ ਇੱਕ ਅਲੱਗ ਹੀ ਤਰੀਕਾ, ਇੱਕ ਅਲੱਗ ਹੀ ਮਜ਼ਾ ਹੈ। ਇਨਸਾਨ ਨੂੰ ਖੁਸ਼ੀ ਖਿਮਾ ਕਰਨ ਨਾਲ, ਖਿਮਾ ਮੰਗਣ ਨਾਲ, ਆਪਣਾ ਦੋਸ਼ ਕਬੂਲ ਕਰਨ ਨਾਲ ਵੀ ਮਿਲਦੀ ਹੈ। ਕਿ ਜੇ ਆਪਾਂ ਕੋਈ ਗਲਤੀ ਕਰ ਲਈ, ਜੇ ਆਪਾਂ ਉਹਦੀ ਮਾफ़ੀ ਮੰਗ ਲਾਂਗੇ ਤਾਂ ਉਹ 'ਚ ਆਪਾਂ ਮਰ ਨਹੀਂ ਚੱਲੇ, ਜਾਂ ਆਪਾਂ ਛੋਟੇ ਨਹੀਂ ਹੋ ਚੱਲੇ, ਕਿ ਆਪਾਂ ਨੂੰ ਇੱਕ ਅਲੱਗ ਖੁਸ਼ੀ ਮਿਲੇਗੀ ਕਿ ਆਪਾਂ ਉਹ ਬੰਦੇ ਦੇ ਸਾਹਮਣੇ ਹੁਣ ਸਿਰ ਨਹੀਂ ਝੁਕਾ ਸਕਦੇ ਹੈ ਨਾ। ਕਿ ਉਹ ਬੰਦੇ ਨੇ ਆਪਾਂ ਨੂੰ ਮਾफ़ ਕਰਤਾ ਜਾਂ ਆਪਾਂ ਮਾफ़ੀ ਮੰਗ ਲਈ, ਤਾਂ ਆਪਾਂ ਨੂੰ ਕਿ ਇੱਕ ਅਲੱਗ ਜਿਹੀ ਖੁਸ਼ੀ ਮਿਲਦੀ ਹੈ ਉਹਦੇ ਵਿੱਚ ਵੀ। ਜੇ ਤੁਸੀਂ ਪਾਪ, ਗੁਨਾਹ ਜਾਂ ਅਪਰਾਧ ਕੀਤਾ ਹੈ ਜਿਸ ਦਾ ਕਿਸੇ ਨੂੰ ਨੁਕਸਾਨ ਹੋਇਆ ਹੈ, ਪਰ ਤੁਹਾਡਾ ਗੁਨਾਹ ਪਕੜਿਆ ਨਹੀਂ ਗਿਆ, ਤਾਂ ਤੁਹਾਡੇ ਮਨ ਉੱਤੇ ਬੋਝ ਰਹੇਗਾ। ਤੁਸੀਂ ਕਦੇ ਵੀ ਪੂਰੇ ਤੌਰ 'ਤੇ ਖੁਸ਼ ਨਹੀਂ ਹੋ ਸਕੇ। ਖੁਸ਼ੀ ਪ੍ਰਾਪਤ ਕਰਨ ਦਾ ਢੰਗ ਹੈ ਆਪਣਾ ਗੁਨਾਹ ਕਬੂਲ ਕਰ ਲੈਣਾ ਅਤੇ ਆਪਣੇ ਦੁਸ਼ਮਣ ਜਾਂ ਜਿਸ ਨੂੰ ਤੁਸੀਂ ਨੁਕਸਾਨ ਪਹੁੰਚਾਇਆ ਉਸ ਤੋਂ ਮਾफ़ੀ ਮੰਗ ਲੈਣਾ, ਅਤੇ ਜੇ ਹੋ ਸਕੇ ਨੁਕਸਾਨ ਦੀ ਭਰਪਾਈ ਕਰ ਦੇਣਾ। ਤਾਂ ਕਈ ਵਾਰੀ ਕੀ ਹੁੰਦਾ ਕਿ ਆਪਾਂ ਇਹੋ ਜਿਹੇ ਪਾਪ ਜਾਂ ਗੁਨਾਹ ਜਾਂ ਅਪਰਾਧ ਆਪਣੇ ਕੋਲੋਂ ਹੋ ਜਾਂਦਾ ਹੈ, ਅਤੇ ਪਰ ਲੋਕਾਂ ਨੂੰ ਪਤਾ ਨਹੀਂ ਲੱਗਦਾ, ਤਾਂ ਫਿਰ ਆਪਾਂ ਨੂੰ ਵੀ ਕੀ ਡਰ ਰਹਿੰਦਾ ਕਿ ਜੇ ਆਪਾਂ ਜੇ ਕੋਈ ਗਲਤ ਕੀਤਾ ਨਾ ਤਾਂ ਆਪਾਂ ਨੂੰ ਡਰ ਹੁੰਦਾ ਕਿ ਆਪਾਂ ਪਕੜੇ ਨਾ ਜਾਈਏ, ਤਾਂ ਆਪਾਂ ਨੂੰ ਖੁਸ਼ੀ ਨਹੀਂ ਮਿਲਦੀ, ਆਪਾਂ ਸਗਾ ਕਿ ਡਰ ਦੇ ਵਿੱਚ ਰਹਿੰਦੇ ਹਾਂ। ਅਤੇ ਜੇ ਉਹ ਬੰਦੇ ਨੂੰ ਪਤਾ ਲੱਗ ਗਿਆ ਤਾਂ ਕੀ ਕਰੂਗਾ, ਜੇ ਉਸ ਨੂੰ ਪਤਾ ਲੱਗ ਗਿਆ ਕਿ ਜੇ ਆਪਾਂ ਉਹਨੇ ਮਾੜਾ ਕੀਤਾ, ਜੇ ਉਹਨੂੰ ਪਤਾ ਲੱਗ ਗਿਆ ਆਪਾਂ ਉਹਦੇ ਮਾੜਾ ਕੀਤਾ ਤਾਂ ਆਪਣੇ ਨਾਲ ਕੀ ਬੀਤੂਗੀ। ਤਾਂ ਇਹ ਚੀਜ਼ਾਂ ਕਿ ਆਪਣੇ ਮਨ 'ਤੇ ਬੋਝ ਪਾਉਂਦੀਆਂ ਨੇ, ਤਾਂ ਆਪਾਂ ਨੂੰ ਕੀ ਥੋੜ੍ਹੇ ਜਿਹਾ ਆਪਾਂ ਨਰਵਸ ਵੀ ਰਹਿ ਜਾਂਦੇ ਕਈ ਵਾਰੀ ਹੈ ਨਾ। ਤਾਂ ਇਹਦੇ ਨਾਲ ਚੰਗਾ ਕਿ ਆਪਾਂ ਕੀ ਉਹ ਬੰਦੇ ਨੂੰ ਦੱਸ ਦਈਏ ਕਿ ਹਾਂ ਵੀ ਮੇਰੇ ਤੋਂ ਆ ਗਲਤੀ ਹੋ ਗਈ, ਮੈਂ ਜਾਣ ਕੇ ਨਹੀਂ ਕੀਤਾ, ਮੇਰੇ ਤੋਂ ਹੋ ਗਈ, ਆਪਾਂ ਮਾਫ਼ੀ ਮੰਗ ਲਈਏ ਅਤੇ ਉਹ ਆਪਾਂ ਨੂੰ ਮਾਫ਼ ਵੀ ਕਰ ਦੂਗਾ ਹੈ ਨਾ। ਤਾਂ ਇਹਦੇ ਨਾਲ ਕੀ ਆਪਾਂ ਨੂੰ ਕੀ ਆ ਇੱਕ ਅਜੀਬ ਜਾਂ ਕਹਿ ਸਕਦੇ ਆਪਾਂ ਇੱਕ ਬਹੁਤ ਵਧੀਆ ਖੁਸ਼ੀ ਮਿਲੂਗੀ ਆਪਾਂ ਨੂੰ। ਤਾਂ ਆਪਣਾ ਉਹੀ ਮੇਨ ਮਕਸਦ ਆਪਾਂ ਕਿ ਆਪਾਂ ਖੁਸ਼ੀ ਪ੍ਰਾਪਤ ਕਰਨੀ ਹੈ, ਜਿਵੇਂ ਮਰਜ਼ੀ ਪ੍ਰਾਪਤ ਕਰੀਏ। ਠੀਕ ਹੈ। ਅੱਗੇ ਦੇਖੋ, ਅਜਿਹੀ ਖੁਸ਼ੀ ਕਿਸੇ ਵੱਲੋਂ ਕੀਤੇ ਗੁਨਾਹ, ਅਪਰਾਧ ਜਾਂ ਪਾਪ ਨੂੰ ਖਿਮਾ ਕਰਨ ਨਾਲ ਵੀ ਮਿਲਦੀ ਹੈ। ਦੋਸ਼ੀ ਨੂੰ ਖਿਮਾ ਕਰਨਾ ਬੜੇ ਪੁੰਨ ਵਾਲਾ ਕੰਮ ਹੁੰਦਾ, ਉਸ ਦੇ ਮਨ ਦਾ ਭਾਰ ਤਾਂ ਹੌਲਾ ਹੁੰਦਾ ਹੀ ਹੈ, ਪਰ ਖਿਮਾ ਕਰਨ ਵਾਲੇ ਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ। ਇਹ ਉੱਚੀ ਅਤੇ ਦਾਇਮੀ ਕਿਸਮ ਦੀ ਖੁਸ਼ੀ ਹੈ। ਤਾਂ ਕੀ ਹੁੰਦਾ ਕਿ ਕਿਸੇ ਨੇ ਆਪਾਂ ਨੇ ਨਾਲ ਬੁਰਾ ਕੀਤਾ ਹੈ ਨਾ, ਆਪਾਂ ਨੂੰ ਕੋਈ ਨੁਕਸਾਨ ਪਹੁੰਚਾਇਆ, ਪਰ ਆਪਾਂ ਕਿਹਨੂੰ ਮਾਫ਼ ਕਰਤਾ, ਤਾਂ ਕਿ ਆਪਾਂ ਆਪਣੇ ਆਪ ਨੂੰ ਕੀ ਆ ਥੋੜ੍ਹਾ ਜਿਹਾ ਉਹਦੇ ਤੋਂ ਵਧੀਆ ਮਹਿਸੂਸ ਕਰਾਂਗੇ, ਜਾਂ ਕਿ ਆਪਾਂ ਸਮਝਾਂਗੇ ਕਿ ਆਪਾਂ ਉਹਦੇ ਤੋਂ ਚੰਗੇ ਹਾਂ ਹੈ ਨਾ। ਤਾਂ ਇਹ ਚੀਜ਼ ਦੀ ਵੀ ਆਪਾਂ ਨੂੰ ਇੱਕ ਅਲੱਗ ਜਿਹੀ ਖੁਸ਼ੀ ਮਿਲਦੀ ਹੈ। ਜਿਸ ਨੂੰ ਤੁਸੀਂ ਅੱਜ ਤੱਕ ਦੁਸ਼ਮਣ ਸਮਝਦੇ ਆਏ ਹੋ, ਜਿਸ ਨਾਲ ਅਣਬੋਲਣਾ ਪਾਇਆ ਹੋਇਆ ਹੈ, ਜਿਸ ਨਾਲ ਤੁਸੀਂ ਨਫ਼ਰਤ ਕਰਦੇ ਹੋ, ਜਿਸ ਨਾਲ ਸਲਾਹ ਕਰ ਲਵੋ, ਦੁਸ਼ਮਣੀ ਅਤੇ ਨਫ਼ਰਤ ਭੁਲਾ ਦਿਓ, ਉਸ ਦੇ ਕਸੂਰ ਨੂੰ ਭੁੱਲ ਜਾਵੋ,
ਉਹ ਨਾ ਵੀ ਮਾफ़ੀ ਮੰਗੇ ਤਾਂ ਵੀ ਮਾफ़ ਕਰ ਦਿਓ, ਇਹ ਵੀ ਬਹੁਤ ਵੱਡੀ ਖੁਸ਼ੀ ਦਾ ਕਾਰਨ ਬਣ ਜਾਂਦਾ ਹੈ। ਤਾਂ ਕੀ ਹੈ, ਕੋਈ ਆਪਣਾ ਦੁਸ਼ਮਣ ਹੈ ਜਾਂ ਕੋਈ ਆਪਣਾ ਇਹੋ ਜਿਹਾ ਖਾਸ ਦੋਸਤ ਹੈ ਜਾਂ ਮਿੱਤਰ ਹੈ ਜਿਹਦੇ ਨਾਲ ਆਪਾਂ ਕੀ ਅਣਬੋਲਣਾ, ਮਤਲਬ ਆਪਾਂ ਨੇ ਬੋਲਦੇ ਨਹੀਂ, ਆਪਾਂ ਬੋਲਣਾ ਬੰਦ ਕਰ ਰੱਖਿਆ, ਉਹਦੇ ਨਾਲ ਆਪਾਂ ਨਫ਼ਰਤ ਕਰਦੇ ਹਾਂ, ਹੈ ਨਾ। ਅਤੇ ਜੇ ਆਪਾਂ ਕੀ ਆ, ਆਪਾਂ ਉਹਦਾ ਆਪਸ ਦੇ ਵਿੱਚ ਕੀ ਹੈ ਆਪਣੇ ਜਿਹੜੇ ਮਤਭੇਦ ਨੂੰ ਦੂਰ ਕਰ ਲਈਏ, ਜਾਂ ਜੇ ਉਹ ਵੀ ਆਪਣੇ ਨਾਲ ਗੱਲ ਨਾ ਵੀ ਕਰੇ ਜਾਂ ਮਾਫ਼ੀ ਨਾ ਵੀ ਮੰਗੇ, ਫਿਰ ਵੀ ਆਪਾਂ ਉਹਦੇ ਗੱਲ ਕਰੀਏ, ਉਹਨੂੰ ਮਾफ़ ਕਰ ਦਈਏ, ਤਾਂ ਵੀ ਆਪਾਂ ਨੂੰ ਖੁਸ਼ੀ ਮਿਲ ਸਕਦੀ ਉਹਦੇ ਵਿੱਚ। ਆਪਣੀਆਂ ਨਿੱਕੀਆਂ ਨਿੱਕੀਆਂ ਜਿੰਦਾਂ ਜਿਨ੍ਹਾਂ ਨੂੰ ਤੁਸੀਂ ਸਕੂਲਾਂ ਦਾ ਨਾਂ ਦਿੰਦੇ ਹੋ, ਅਸੂਲਾਂ ਦਾ ਨਾਂ ਦਿੰਦੇ ਹੋ, ਜੇ ਉਹ ਕਿਸੇ ਦੀ ਖੁਸ਼ੀ ਦੀ ਅੜਚਨ ਬਣਦੇ ਹਨ, ਜਿਨ੍ਹਾਂ ਦਾ ਤਿਆਗ ਵੀ ਖੁਸ਼ੀ ਦਾ ਸਬੱਬ ਬਣ ਸਕਦਾ ਹੈ, ਅਜਿਹਾ ਤਿਆਗ ਕਰਨਾ ਚਾਹੀਦਾ। ਆਪਣੀਆਂ ਨਿੱਕੀਆਂ ਨਿੱਕੀਆਂ ਜਿੱਦ, ਤਾਂ ਜਿੱਦ ਕੀ ਹੁੰਦੇ, ਆਪਾਂ ਕਿਸੇ ਚੀਜ਼ 'ਤੇ ਅੜ ਜਾਂਦੇ ਕਿ ਹਾਂ ਨਾ ਵੀ ਆਹ ਕੰਮ ਤਾਂ ਐਂ ਹੋਣਾ ਤਾਂ ਐਂ ਹੋਣਾ, ਜੇ ਨਹੀਂ ਹੋਣਾ ਤਾਂ ਨਹੀਂ ਹੋਣਾ, ਤਾਂ ਆਪਾਂ ਕੀ ਆਪਣੇ ਅਸੂਲ ਦੱਸ ਦਿੰਦੇ ਕਿ ਹਾਂ ਤਾਂ ਸਾਡਾ ਅਸੂਲ ਹੈ ਵੀ ਅਸੀਂ ਇਹ ਕੰਮ ਨਹੀਂ ਕਰਨਾ ਤਾਂ ਨਹੀਂ ਕਰਨਾ। ਪਰ ਫਿਰ ਵੀ ਕੀ ਹੈ, ਉਹ ਕਿਸੇ ਦੇ ਲਈ ਅੜਚਨ ਬਣ ਸਕਦੀ ਹੈ, ਆਪਣਾ ਤਾਂ ਅਸੂਲ ਹੋ ਗਿਆ, ਪਰ ਅਗਲੇ ਲਈ ਕੀ ਹੈ, ਉਹ ਰੁਕਾਵਟ ਬਣ ਗਈ, ਹੈ ਨਾ। ਆਪਾਂ ਉਹ ਚੀਜ਼ ਨੂੰ ਛੱਡ ਕੇ ਅਗਲੇ ਨੂੰ ਵੀ ਖੁਸ਼ੀ ਦੇ ਸਕਦੇ ਹਾਂ ਅਤੇ ਆਪਾਂ ਖੁਦ ਵੀ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ, ਹੈ ਨਾ। ਮੇਰੀ ਗੱਲ, ਮੇਰੀ ਇੱਜ਼ਤ, ਮੇਰਾ ਕਮਰਾ, ਮੇਰੀ ਰੋਟੀ, ਮੇਰੀ ਚਾਹ, ਮੇਰੀਆਂ ਚੀਜ਼ਾਂ ਆਦਿ ਬੰਧਨ ਦਾ ਪ੍ਰਤੀਕ ਹਨ। ਅਜਿਹੀ ਮੈਂ ਖੁਸ਼ੀਆਂ ਦੇ ਪੈਦਾ ਹੋਣ ਵਿੱਚ ਰੁਕਾਵਟ ਦਾ ਕਾਰਨ ਬਣਦੀ ਹੈ। ਇਹ ਹਉਮੈ ਦਾ ਤਿਆਗ ਰੂਹਾਨੀ ਖੁਸ਼ੀ ਦਾ ਜੀਣਾ ਬਣ ਜਾ ਸਕਦਾ ਹੈ, ਜਿੰਨਾ ਕੀ ਹੁੰਦਾ ਪੌੜੀ ਹੁੰਦੀ ਹੈ, ਠੀਕ ਹੈ। ਸਹਿਯੋਗ ਅਤੇ ਤਿਆਗ ਮੁਕਾਬਲੇ ਨਾਲੋਂ ਹਜ਼ਾਰਾਂ ਦਰਜੇ ਉੱਚਾ ਸੰਕਲਪ ਹੈ। ਤਾਂ ਕੀ ਹੁੰਦਾ ਕਿ ਮੇਰੀ ਗੱਲ, ਮੇਰੀ ਇੱਜ਼ਤ, ਆਪਾਂ ਹਰੇਕ ਗੱਲ 'ਚ ਮੇਰੀ ਕਰਦੇ ਹਾਂ, ਤਾਂ ਆਪਣੇ 'ਚ ਕੀ ਹੈ, ਹਉਮੈ ਹੈ। ਹਉਮੈ ਮਤਲਬ ਕਿ ਅਹੰਕਾਰ ਹੈ। ਆਪਾਂ ਨੂੰ ਕੀ ਆਪਣੇ ਆਪ 'ਤੇ ਜ਼ਿਆਦਾ ਹੈ ਕਿ ਹਾਂ ਜੋ ਕੰਮ ਕਰ ਰਿਹਾ ਮੈਂ ਕਰ ਰਿਹਾ, ਮੇਰੀ ਇੱਜ਼ਤ ਹੈ, ਮੇਰਾ ਕਮਰਾ ਹੈ, ਮੇਰੀ ਸੋਟੀ ਹੈ, ਮੇਰੀ ਚਾਹ ਹੈ, ਮੇਰੀਆਂ ਚੀਜ਼ਾਂ, ਮੇਰੀ ਗੱਲ, ਵੀ ਇਹ ਕੌਣ ਹੁੰਦਾ ਦੂਜਾ। ਤਾਂ ਉਹ ਕੀ ਆਪਣੇ ਦੇ ਵਿੱਚ ਹਉਮੈ ਮਤਲਬ ਕੀ ਹੁੰਦਾ, ਆਪਣੇ 'ਚ ਹੰਕਾਰ ਹੁੰਦਾ, ਘਮੰਡ ਆ ਜਾਂਦਾ ਆਪਣੇ 'ਚ, ਹੈ ਨਾ। ਤਾਂ ਉਹ ਚੀਜ਼ਾਂ ਨੂੰ ਕੀ ਹੁੰਦਾ, ਆਪਾਂ ਨੂੰ ਕੀ ਹੈ, ਰੁਕਾਵਟ ਬਣਦੇ ਨੇ ਆਪਣੀ ਖੁਸ਼ੀ ਦੇ ਵਿੱਚ। ਸਹਿਯੋਗ ਅਤੇ ਤਿਆਗ ਮੁਕਾਬਲੇ ਨਾਲੋਂ ਹਜ਼ਾਰਾਂ ਦਰਜੇ ਉੱਚਾ ਸੰਕਲਪ ਹੈ। ਤਾਂ ਕਿਸੇ ਦਾ ਸਹਿਯੋਗ ਕਰਨਾ ਜਾਂ ਇਹੋ ਜਿਹੀ ਮਾੜੀ ਚੀਜ਼ ਦਾ ਜਾਂ ਕਿ ਆਪਣੀ ਜਿੱਦ ਦਾ ਤਿਆਗ ਕਰਨਾ, ਮੁਕਾਬਲੇ ਦੂਜੇ ਨਾਲ ਕੰਪੀਟੀਸ਼ਨ ਕਰਨਾ ਤਾਂ ਬਹੁਤ ਵਧੀਆ ਕਿ ਆਪਾਂ ਨੂੰ ਤਾਂ ਖੁਸ਼ੀ ਤਾਂ ਮਿਲ ਰਹੀ ਹੈ ਨਾ ਉਸ ਚੀਜ਼ ਨਾਲ। ਛੋਟੇ ਛੋਟੇ ਤਿਆਗ, ਨਿੱਕੀਆਂ ਨਿੱਕੀਆਂ ਮਾਫੀਆਂ, ਨਜ਼ਰਅੰਦਾਜ਼ੀਆਂ ਮਨੁੱਖ ਨੂੰ ਬੇਪਨਾਹ ਖੁਸ਼ੀ ਦੇ ਸਕਦੀਆਂ ਹਨ। ਬਹੁਤ ਵਾਰੀ ਦੇਖ ਕੇ ਅਣਦੇਖੀ ਕਰਨਾ, ਸੁਣ ਕੇ ਅਣਸੁਣੀ ਕਰਨਾ, ਅਹਿਸਾਨ ਕਰਕੇ ਭੁੱਲ ਜਾਣਾ, ਨੇਕੀ ਕਰਕੇ ਉਸ ਦੀ ਯਾਦ ਮਿਟਾ ਦੇਣਾ, ਅਧੀਨਗੀ ਅਤੇ ਨਿਮਰਤਾ ਅਪਣਾਉਣਾ ਖੁਸ਼ੀਆਂ ਨੂੰ ਸੱਦਾ ਪੱਤਰ ਦੇਣ ਦੇ ਤਰੀਕੇ ਹਨ। ਵੈਸੇ ਵੀ ਖੁਸ਼ੀ ਮਨ ਦੀ ਅਵਸਥਾ ਹੁੰਦੀ ਹੈ, ਕਿਸੇ ਚੀਜ਼ ਦਾ ਨਾਂ ਖੁਸ਼ੀ ਨਹੀਂ ਹੈ। ਅਜਿਹੀ ਅਵਸਥਾ ਪੈਦਾ ਕੀਤੀ ਜਾਂਦੀ ਹੈ, ਵਿਕਸਿਤ ਕੀਤੀ ਜਾਂਦੀ ਹੈ, ਜਨਮ ਤੋਂ ਹੀ ਮਨੁੱਖ ਨੂੰ ਨਹੀਂ ਮਿਲਦੀ। ਤਾਂ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਬੇਟਾ, ਇਹ ਕੀ ਆਪਾਂ ਨੂੰ ਕਿ ਜਨਮ ਤੋਂ ਨਹੀਂ ਮਿਲਦੀਆਂ, ਜੇ ਆਪਾਂ ਪੈਦਾ ਹੋਏ ਆਪਣੇ ਨਾਲ ਹੀ ਆ ਗਿਆ। ਇਹ ਆਪਾਂ ਕੀ ਆਪਣੇ ਸਮਾਜ ਤੋਂ ਸਿੱਖਦੇ ਹਾਂ, ਆਪਣੇ ਆਸੇ ਪਾਸੇ ਤੋਂ ਸਿੱਖਦੇ ਹਾਂ, ਕੁਛ ਆਪਾਂ ਆਪਣੀ ਮਾਈਂਡ ਦੀ ਸੋਚ ਦੇ ਹਿਸਾਬ ਨਾਲ ਚੱਲਦੇ ਹਾਂ। ਤਾਂ ਇਹ ਚੀਜ਼ਾਂ ਕੀ ਨੇ, ਆਪਾਂ ਨੂੰ ਕੀ ਹੈ, ਨੇਕੀ ਕਰਕੇ ਉਸ ਦੀ ਯਾਦ ਨੂੰ ਮਿਟਾਉਣਾ। ਜੇ ਆਪਾਂ ਕਿਸੇ ਦਾ ਭਲਾ ਕਰਤਾ, ਆਪਾਂ ਉਹਨੂੰ ਜਤਾਈਏ ਨਾ ਕਿ ਹਾਂ ਵੀ ਇਹ ਕੰਮ ਮੇਰੇ ਕਰਕੇ ਹੋਇਆ, ਹੈ ਨਾ। ਜੇ ਕਿਸੇ ਨੇ ਆਪਾਂ ਨੂੰ ਕੋਈ ਮਾੜਾ ਕਹਿ ਤਾ, ਪਰ ਉਹਨੂੰ ਆਪਾਂ ਨੂੰ ਸੁਣਿਆ ਕਰਦੀ ਕਿ ਚੱਲ ਬੋਲ ਗਿਆ ਤਾਂ ਕੋਈ ਗੱਲ ਨਹੀਂ, ਫਿਰ ਕੀ ਹੈ, ਜੇ ਮੇਰੇ ਤੋਂ ਵੱਡਾ ਜਾਂ ਮੇਰੇ ਤੋਂ ਛੋਟਾ ਹੈ ਨਾ। ਕਈ ਵਾਰੀ ਕੋਈ ਆਪਣੇ ਨਾਲ ਗਲਤ ਕਰ ਰਿਹਾ ਪਰ ਫਿਰ ਵੀ ਅਣਦੇਖਾ ਕਰ ਦੇਣਾ ਕਿ ਹਾਂ ਕੋਈ ਗੱਲ ਨਹੀਂ, ਫਿਰ ਕੀ ਹੈ, ਕਿੰਨੀ ਗੱਲ ਹੈ ਨਾ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਕੀ ਖੁਸ਼ੀ ਦਿੰਦੀਆਂ ਨੇ। ਤਾਂ ਇਹ ਜਿਹੜੀ ਖੁਸ਼ੀ ਹੁੰਦੀ ਹੈ, ਇਹ ਕੀ ਹੈ, ਕਿਸੇ ਨੂੰ ਨੁਕਸਾਨ ਪਹੁੰਚਾ ਕੇ ਉਸ ਖੁਸ਼ੀ ਮਿਲਦੀ ਹੈ ਜਿਹੜੀ ਉਸ ਤੋਂ ਤਾਂ ਬਹੁਤ ਵਧੀਆ ਹੁੰਦੀ ਹੈ। ਅਤੇ ਇਹਦੇ ਨਾਲ ਕੀ ਆਪਾਂ ਤੰਦਰੁਸਤ ਰਹਿੰਦੇ ਹਾਂ, ਆਪਣਾ ਕੀ ਹੈ, ਖੁਸ਼ਨੁਮਾ ਮਾਹੌਲ ਰਹਿੰਦਾ ਆਪਣਾ, ਹੈ ਨਾ। ਅਤੇ ਜੇ ਆਪਾਂ ਨੂੰ ਖੁਸ਼ੀ ਨਾ ਮਿਲੇ, ਆਪਾਂ ਕਿੱਦਾਂ ਬੇਖੁਟੇ ਜਿਹੇ ਰਹਿੰਦੇ ਹਾਂ, ਕਿ ਖਿਜੇ ਜਾਂਦੇ ਹਾਂ, ਆਪਾਂ ਕਿ ਚਿੜਚਿੜੇਪਾਂ ਜਿਹੇ ਹੋ ਜਾਂਦੇ ਹਾਂ, ਨਾ ਤਾਂ ਪਰਿਵਾਰ ਨਾਲ ਸਹੀ ਬੋਲਦੇ ਹਾਂ, ਨਾ ਯਾਰਾਂ ਦੋਸਤਾਂ ਨਾਲ ਸਹੀ ਬੋਲਦੇ ਹਾਂ, ਹੈ ਨਾ, ਨਾ ਆਪਣੇ ਟੀਚਰ ਨਾਲ ਸਹੀ ਬੋਲਦੇ ਹਾਂ, ਨਾ ਆਪਣੇ ਰਿਸ਼ਤੇਦਾਰਾਂ ਨਾਲ ਸਹੀ ਤਰ੍ਹਾਂ ਬੋਲਦੇ ਹਾਂ। ਤਾਂ ਇਹ ਚੀਜ਼ਾਂ ਕੀ ਨੇ, ਖੁਸ਼ੀ ਵਾਲੀਆਂ ਨੇ। ਅਤੇ ਆਪਾਂ ਨੂੰ ਜੇ ਖੁਸ਼ੀ ਮਿਲਦੀ ਹੈ ਤਾਂ ਆਪਾਂ ਸਾਰਿਆਂ ਨਾਲ ਖੁਸ਼ ਹੋ ਕੇ ਮਿਲਾਂਗੇ। ਜੇ ਆਪਾਂ ਹੀ ਖੁਸ਼ ਨਹੀਂ ਹੈਗੇ ਤਾਂ ਆਪਾਂ ਦੂਜੇ ਨੂੰ ਖੁਸ਼ ਕਿਵੇਂ ਕਰਾਂਗੇ, ਹੈ ਨਾ। ਤਾਂ ਇਹੀ ਆਪਣਾ ਕੀ ਹੈ, ਲੈਸਨ ਸੀਗਾ, ਇਹੀ ਵਾਰਤਕ ਵਿੱਚ ਸੀਗਾ। ਵਾਰਤਾਕਾਰ ਨੇ ਆਪਾਂ ਨੂੰ ਇਹੀ ਦੱਸਿਆ ਕਿ ਆਪਾਂ ਖੁਸ਼ੀ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ ਬੇਟਾ, ਥੈਂਕ ਯੂ।